श्रोमणी गुरुद्वारा प्रबंधक कमेटी कोल कोई कापीराइट नहीं हैगा या वो श्रोमणी गुरुद्वारा प्रबंधक कमेटी गुरु ग्रंथ साहब की मलकीयत नहीं, मालक नहीं हैगी गुरु ग्रंथ साहब की, मालक गुरु ग्रंथ साहब है। श्रोमणी कमेटी बेअदबी हुई है, गुरु ग्रंथ साहब की बेअदबी है और ਉਹਦੇ ਵਿੱਚ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। अगर किसी साधारण व्यक्ति कोलों एक गुटका साहब की बेअदबी होंदी है तो तुरंत 295 का परचा दर्ज करवाया जाता है। 328 स्वरूप एक, 450 स्वरूप एक, 125 स्वरूप एक, 61 स्वरूप एक, ये मामले होंदे पे ने और श्रोमणी गुरुद्वारा प्रबंधक कमेटी कोई कानूनी कार्रवाई करने की बजाय आप कार्रवाई करने की गल कहती पई है। श्रोमणी कमेटी की करेगी? ये मामला वध तो वध अकाल तख्त साहब ते रैफर कर देगी। अकाल तख्त साहब वध तो वध इन्हां नूं कहेगा कि जी तुसीं इन्ने दिन जोड़े झाड़ लो, इन्ने दिन कीर्तन सुन लो, इन्ने दिन पाठ कर लो, इन्ने दिन बर्तन मांज लो, भुल बख्शाई गई। कल नूं कोई भी व्यक्ति गुरु ग्रंथ साहब की बेअदबी करेगा तो आके कह देगा जी कि तुसीं समर्थ हो, मैनूं भुल मेरी बख्शवा दिओ। अकाल तख्त साहब ते जाण नूं तैयार, तुहाडे कोल सारे अधिकार ने। अपने अधिकारियों अहुदेदारां नूं ते अपने सियासी आकावां नूं बचाउण वास्ते सारा ड्रामा खेडदे रहे। वेस्टेज पई हुई है पत्रियां दी, मैं उन्हां वेस्टेज दे विचों स्वरूप तैयार करवा ले। ये कोई बाणीए की दुकान नहीं कि 2 किलो दाल घट गई है तो वो आपां थोड़ी जी घटा लई, किसी गाहक नूं देण लग्या उस चों 10 ग्राम 15 ग्राम घटा के पूरी कर लईए, नहीं। एक ਇਹਦੇ 'ਚ ਹੋਰ ਇੱਕ ਆਂਦਾ ਜੀ ਨੈਤਿਕਤਾ ਦਾ ਆਧਾਰ, ਨੈਤਿਕਤਾ ਦੇ ਆਧਾਰ ਤੇ ਸਰਦਾਰ ਰੂਪ ਸਿੰਘ ਹੋਰੀ ਅਸਤੀਫਾ ਦਿੰਦੇ ਨੇ। ਇਹ ਉਹ ਨੈਤਿਕਤਾ ਪ੍ਰਧਾਨ ਤੇ ਲਾਗੂ ਨਹੀਂ ਹੁੰਦੀ। पहल दे के कुर्सी नूं बचाउण वास्ते अपने गुरु की तौहीन करवा लैनी, मैं समझदा ये साडी ज़मीर, मैं ज़मीर मर चुकी कहांगा इस गल नूं। 117 दे विचों किसी मैंबर ने उठ के ये गल नहीं कही कि जी आ गल इदां नहीं होनी चाहिए। इस हालात दे विच मैं तो समझदा कि रोम सड़दा पिया और नीरो बंसरी वजा रहे ने। इत्थे एक नीरो नहीं 170 नीरो जिहड़े ने बंसरियां वजाई जा रहे ने। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਗੱਲ ਆਖੀ ਗਈ ਹੈ ਕਿ ਇਹ ਅਸੀਂ ਅੰਦਰੂਨੀ ਕਾਰਵਾਈ ਕਰਾਂਗੇ। ਦਮਦਮੀ ਟਕਸਾਲ ਆ, ਅਸੀਂ ਅਖੰਡ ਕੀਰਤਨੀ ਜੱਥਾ ਆ, ਅਸੀਂ ਨਿਹੰਗ ਸਿੰਘ ਜਥੇਬੰਦੀਆਂ ਆ। ਕਿਸੇ ਨੇ ਵੀ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਅਫਸੋਸ ਪ੍ਰਗਟ ਕਰਨਾ ਵੀ ਜਾਇਜ਼ ਨਹੀਂ ਸਮਝਿਆ। ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਤੇ ਸਾਨੂੰ ਆਪਣੀ ਜ਼ਮੀਰ ਨੂੰ ਝੰਜੋੜ ਲੈਣਾ ਚਾਹੀਦਾ ਸੀ, ਆਪਣੀ ਜ਼ਮੀਰ ਨੂੰ ਜਗਾ ਲੈਣਾ ਚਾਹੀਦਾ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਮੇਰਾ ਤੇਜਵੰਤ ਸਿੰਘ ਚੱਬਾ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਕਬੂਲ ਕਰੋ। ਦੋਸਤੋ, ਹਾਜ਼ਰਾ ਪ੍ਰੋਗਰਾਮ ਤੁਹਾਡੇ ਕੋਲ ਲਈ ਲੈ ਕੇ ਇੱਕ ਸਪੈਸ਼ਲ ਪ੍ਰੋਗਰਾਮ ਜਿਹਦੇ 'ਚ ਅਸੀਂ ਪਿਛਲੀ ਵਾਰੀ ਵੀ ਹਾਜ਼ਰ ਹੋਏ ਸੀ। ਅਸੀਂ ਡਿਸਕਸ ਕੀਤਾ ਸੀਗਾ ਕਿ ਆਖਰਕਾਰ ਕਿੱਥੇ ਗਏ ਉਹ ਸਰੂਪ। ਸਾਡੇ ਨਾਲ ਮੌਜੂਦ ਨੇ ਸਰਦਾਰ ਚਰਨਜੀਤ ਸਿੰਘ ਜੀ ਅਰੋੜਾ, ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਸਾਰੀ ਕਾਰਜ ਪ੍ਰਣਾਲੀ ਨੂੰ ਬਤੌਰ ਪੱਤਰਕਾਰ ਬਹੁਤ ਨੇੜਿਓਂ ਬੜੇ ਨਜ਼ਦੀਕ ਨਾਲ ਵਾਚਦੇ ਰਹਿੰਦੇ ਨੇ, ਉਹਦੇ 'ਤੇ ਟਿੱਪਣੀਆਂ ਕਰਦੇ ਰਹਿੰਦੇ ਨੇ, ਅਖਬਾਰਾਂ 'ਚ ਛਪਦੇ ਰਹਿੰਦੇ ਨੇ, ਬਹੁਤ ਨੇੜੇ ਹੋ ਕੇ ਤੱਕਦੇ ਨੇ। ਸਤਿ ਸ਼੍ਰੀ ਅਕਾਲ ਚਰਨਜੀਤ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰੀ ਜਦੋਂ ਅਸੀਂ ਮਿਲੇ ਸੀ ਉਸ ਤੋਂ ਬਾਅਦ ਇੱਕ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਦੇ ਵਿੱਚ ਬਹੁਤ ਗਰਮਜੋਸ਼ੀ ਦੇ ਨਾਲ ਇਹ ਸਾਰੇ ਮਸਲੇ ਨੂੰ ਸਾਹਮਣੇ ਲਿਆਂਦਾ ਜਾਂਦਾ, ਦੋਸ਼ੀਆਂ ਦੇ ਨਾਂ ਲਿੱਤੇ ਜਾਂਦੇ ਆ, ਲਿਸਟ ਸਾਹਮਣੇ ਆਉਂਦੀ ਆ। ਪਰ ਉਸ ਤੋਂ ਬਾਅਦ ਜਿਹੜੀ ਕੱਲ੍ਹ ਮੀਟਿੰਗ ਹੁੰਦੀ ਹੈ ਉਦੋਂ ਤੱਕ ਆਉਂਦਾ ਮਾਮਲਾ ਇੰਝ ਲੱਗਦਾ ਕਿ ਜਿਵੇਂ ਕਿਸੇ ਪਾਸੇ ਕੁਝ ਝੁਕਾ ਲੈਂਦਾ ਨਜ਼ਰ ਆਉਂਦਾ। ਕਾਰਵਾਈਆਂ ਜਿਹੜੀਆਂ ਬਹੁਤ ਸਖਤ ਹੋਣ ਦਾ ਲੱਗ ਰਿਹਾ ਸੀਗਾ ਹੋਣਗੀਆਂ। ਅਕਾਲੀ ਫੂਲਾ ਸਿੰਘ ਦੁਬਾਰਾ ਕਿਤੇ ਜੀਵਤ ਹੋ ਕੇ ਸਾਹਮਣੇ ਪ੍ਰਗਟ ਹੋਏਗਾ, ਪਰ ਇੱਕਦਮ ਕੀ ਘਟਨਾ ਚੱਕਰ ਵਾਪਰਿਆ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਹੁਣ ਹੋਰ ਹੀ ਆਪਣੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 27 ਅਗਸਤ ਦੀ ਮੀਟਿੰਗ ਦੇ ਵਿੱਚ ਇੱਕ ਰਿਪੋਰਟ ਦੇ ਉੱਤੇ ਡਿਸਕਸ ਕਰਦੀ ਹੈ, ਜਿਹੜੀ 10 ਪੇਜਾਂ ਦੀ ਰਿਪੋਰਟ ਜਿਹੜੀ ਜਨਤਕ ਕੀਤੀ ਜਾਂਦੀ ਹੈ। ਇਸ ਰਿਪੋਰਟ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਸਾਡੇ ਕੋਲ 16 ਦੋਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਵਿੱਚ ਪਾਏ ਗਏ ਨੇ। ਹੁਣ ਉਹ 16 ਦੋਸ਼ੀਆਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ, ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਨੂੰ ਕ੍ਰਿਮੀਨਲ ਪਰਚੇ ਦਰਜ ਕਰਾ ਕੇ 295 ਦਾ ਪਰਚਾ ਦਰਜ ਕਰਾ ਕੇ ਉਹਨਾਂ ਦੇ ਉੱਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰਾਂਗੇ। ਪਰ ਬਾਅਦ ਵਿੱਚ 5 ਸਤੰਬਰ ਦੀ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਸਮਰੱਥ ਹਾਂ, ਅਸੀਂ ਇਹ ਪੁਲਿਸ ਨੂੰ ਕੇਸ ਨਹੀਂ ਦੇਣਾ,
ਅਸੀਂ ਖੁਦ ਤੈਅ ਕਰਾਂਗੇ ਕਿ ਇਹਨਾਂ ਨੂੰ ਸਜ਼ਾ ਕੀ ਦਿੱਤੀ ਜਾਣੀ ਹੈ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਇਹੋ ਜਿਹਾ ਸਿਸਟਮ ਨਹੀਂ ਰੱਖਦੀ ਜਿਹਨੂੰ ਅਸੀਂ ਕਹਿ ਸਕੀਏ ਕਿ ਉਹ ਆਪਣੀ ਇੱਕ ਅਦਾਲਤ ਲਗਾ ਸਕਦੀ ਹੈ, ਆਪਣੇ ਕੇਸ ਸਜ਼ਾਵਾਂ ਦੇ ਸਕਦੀ ਹੈ। ਨਹੀਂ, ਅਗਰ ਕਿਸੇ ਸਧਾਰਨ ਵਿਅਕਤੀ ਕੋਲੋਂ ਇੱਕ ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਤੁਰੰਤ 295 ਦਾ ਪਰਚਾ ਦਰਜ ਕਰਵਾਇਆ ਜਾਂਦਾ ਹੈ। ਬਿਲਕੁਲ ਠੀਕ ਹੈ। ਅੱਜ 328 ਸਰੂਪ 1, 450 ਸਰੂਪ 1, 125 ਸਰੂਪ 1, 61 ਸਰੂਪ 1 ਇਹ ਮਾਮਲੇ ਹੁੰਦੇ ਪਏ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਆਪ ਕਾਰਵਾਈ ਕਰਨ ਦੀ ਗੱਲ ਕਹਿੰਦੀ ਪਈ ਹੈ। ਸ਼੍ਰੋਮਣੀ ਕਮੇਟੀ ਕੀ ਕਰੇਗੀ? ਇਹ ਮਾਮਲਾ ਵੱਧ ਤੋਂ ਵੱਧ ਅਕਾਲ ਤਖਤ ਸਾਹਿਬ ਤੇ ਰੈਫਰ ਕਰ ਦੇਗੀ। ਅਕਾਲ ਤਖਤ ਸਾਹਿਬ ਕੋਲ ਇਹੋ ਜਿਹਾ ਕੋਈ ਢੰਗ ਤਰੀਕਾ ਨਹੀਂ ਹੈਗਾ ਕਿ ਉਹਨਾਂ ਨੂੰ ਕੋਲੇ ਮਾਰ ਦਿੱਤੇ ਜਾਣ। ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਨਹੀਂ ਰਿਹਾ ਜੀ। ਅਕਾਲ ਤਖਤ ਸਾਹਿਬ ਵੱਧ ਤੋਂ ਵੱਧ ਇਹਨਾਂ ਨੂੰ ਕਹੇਗਾ ਕਿ ਜੀ ਤੁਸੀਂ ਇੰਨੇ ਦਿਨ ਜੋੜੇ ਝਾੜ ਲਓ, ਇੰਨੇ ਦਿਨ ਕੀਰਤਨ ਸੁਣ ਲਓ, ਇੰਨੇ ਦਿਨ ਪਾਠ ਕਰ ਲਓ, ਇੰਨੇ ਦਿਨ ਬਰਤਨ ਮਾਂਜ ਲਓ, ਭੁੱਲ ਬਖਸ਼ਾਈ ਗਈ, ਅਖੰਡ ਪਾਠ ਕਰਵਾ ਲਓ, ਭੁੱਲ ਬਖਸ਼ੀ ਜਾਏ। ਹਾਲਾਂਕਿ ਸਾਡੇ ਸਾਹਮਣੇ ਹੀ ਹੈ ਕਿ ਜਿਹੜਾ ਇੱਕ ਪੁਰਾਤਨ ਸਰੂਪ ਪਟਿਆਲਾ ਸਾਈਡ ਤੋਂ ਚੋਰੀ ਹੋਇਆ ਉਹਦੇ ਤੋਂ 1 ਮਹੀਨੇ ਤੋਂ ਇਹੀ ਲੋਕ ਉੱਥੇ ਧਰਨੇ ਮਾਰ ਰਹੇ ਆ ਸਰਕਾਰ ਦੇ ਅੱਗੇ ਕਿ ਮਾਮਲਾ ਦਰਜ ਕੀਤਾ ਜਾਵੇ। ਦੇਖੋ, ਬਰਗਾੜੀ ਮਾਮਲਾ ਸਾਡੇ ਸਾਹਮਣੇ ਹੈ। ਇਸ ਕਾਰਵਾਈ ਨੇ ਇੱਕ ਨਵਾਂ ਮਸਲਾ ਖੜਾ ਕਰ ਦਿੱਤਾ। ਕੱਲ ਨੂੰ ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਤੇ ਉਹ ਆ ਕੇ ਕਹਿ ਦੇਗਾ ਜੀ ਕਿ ਤੁਸੀਂ ਸਮਰੱਥ ਹੋ, ਮੈਨੂੰ ਭੁੱਲ ਮੇਰੀ ਬਖਸ਼ਵਾ ਦਿਓ, ਅਕਾਲ ਤਖਤ ਸਾਹਿਬ ਤੇ ਜਾਣ ਨੂੰ ਤਿਆਰ ਹਾਂ, ਤੁਹਾਡੇ ਕੋਲ ਸਾਰੇ ਅਧਿਕਾਰ ਨੇ। ਸਭ ਤੋਂ ਪਹਿਲੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਕਾਪੀਰਾਈਟ ਨਹੀਂ ਹੈਗਾ ਜਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਮਲਕੀਅਤ ਨਹੀਂ, ਮਾਲਕ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਦੀ। ਮਾਲਕ ਗੁਰੂ ਗ੍ਰੰਥ ਸਾਹਿਬ ਹੈ ਸ਼੍ਰੋਮਣੀ ਕਮੇਟੀ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਔਰ ਕੋਈ ਵਿਅਕਤੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਕੇਵਲ ਪਿਕ ਐਂਡ ਚੂਜ਼ ਕਰ ਰਿਹਾ। ਸਿਰਫ ਸਰਕਾਰ ਦੀ ਇੱਕ ਸਿਆਸੀ ਪਾਰਟੀ ਦੀ ਖੁਸ਼ਾਮਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ। ਉਹ ਸਿਆਸੀ ਪਾਰਟੀ ਦੇ ਆਕਾ ਦਾ ਹੁਕਮ ਆ ਗਿਆ ਕਿ ਸਾਰਿਆਂ ਨੂੰ ਜਿਹੜਾ ਹੈਗਾ ਵਾ ਡਿਸਮਿਸ ਕਰ ਦਿਓ, ਸਸਪੈਂਡ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਨਹੀਂ, ਬੇਅਦਬੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਔਰ ਉਹਦੇ ਵਿੱਚ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਕਿ ਤੁਸੀਂ ਕਹਿੰਦੇ ਹੋ ਜੀ ਅਸੀਂ ਸਮਰੱਥ ਹਾਂ, ਅੱਜ ਤੁਸੀਂ 1 ਹਫ਼ਤੇ 'ਚ ਸਮਰੱਥ ਕਿੱਦਾਂ ਹੋ ਗਏ? ਜੇ ਤੁਸੀਂ ਸਮਰੱਥ ਹੋ ਤੇ ਫਿਰ ਬਰਗਾੜੀ ਦਾ ਮਸਲਾ ਦੇ ਨਾਲ ਆਪਣੇ ਹੱਥ ਲੈ ਕੇ ਖਤਮ ਕਰ ਦੇਣਾ ਚਾਹੀਦਾ ਸੀ ਹੁਣ ਤੱਕ। ਉਹਦੇ ਤੇ 2 ਕਮਿਸ਼ਨ ਬੰਦੇ ਪਏ ਨੇ, ਜਸਟਿਸ ਜੋਰਾ ਸਿੰਘ ਕਮਿਸ਼ਨ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈ। ਉਹਦੀ ਰਿਪੋਰਟ ਤੁਸੀਂ ਕਹਿੰਦੇ ਹੋ ਲਾਗੂ ਕਰੋ, ਉਹਦੇ ਦੋਸ਼ੀਆਂ ਨੂੰ ਸਜ਼ਾ ਦਿਓ। ਇੱਕ ਪਾਸੇ ਤੁਸੀਂ ਬਰਗਾੜੀ ਵਾਲੇ ਮਾਮਲੇ ਦੀ ਸਜ਼ਾ ਦੀ ਮੰਗ ਕਰ ਰਹੇ ਹੋ ਕਾਨੂੰਨ ਦੇ ਮੁਤਾਬਕ, ਦੂਸਰੇ ਪਾਸੇ ਤੁਸੀਂ ਆਪਣੇ ਜਿਹੜੇ ਘਰ ਦੇ ਵਿੱਚ ਸਾਰਾ ਕੁਝ ਵਾਪਰਦਾ ਪਿਆ ਉੱਥੇ ਤੁਸੀਂ ਸਮਰੱਥ ਬਣ ਜਾਂਦੇ ਹੋ। ਉਹਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ ਤਾਂ ਕਿ ਪੁਲਿਸ ਦੇ ਕੋਲ ਜਾ ਕੇ ਹੋ ਸਕਦਾ ਕਿ ਕਈ ਤਰ੍ਹਾਂ ਦੀਆਂ ਗੱਲਾਂ ਨਵੀਆਂ ਸਾਹਮਣੇ ਆਉਣ ਤੇ ਜਿਹਨੂੰ ਪੁਲਿਸ ਜਦੋਂ ਨਸ਼ਰ ਕਰੇਗੀ ਤੇ ਕਈ ਕੁਝ ਵਿੱਚ ਰਾਜ ਖੁੱਲ੍ਹਦੇ ਨਜ਼ਰ ਆਉਣਗੇ। ਦੇਖੋ, ਜੋ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਹੈ ਉਹਦੇ ਮੁਤਾਬਕ ਇਹਨਾਂ ਨੇ ਜਦੋਂ ਪੁਲਿਸ ਕਾਰਵਾਈ ਦਾ ਫੈਸਲਾ ਲਿਆ ਸੀ ਤਾਂ ਇਹਨਾਂ ਦੇ ਡਿਸਮਿਸ ਕੀਤੇ ਹੋਏ ਇੱਕ ਅਧਿਕਾਰੀ ਨੇ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਪੁਲਿਸ ਨੂੰ ਪੂਰਾ ਸਹਿਯੋਗ ਕਰਾਂਗਾ ਔਰ ਮੈਂ ਦੱਸਾਂਗਾ ਕਿ ਕਿਹੜੇ ਵਿਅਕਤੀ ਦੇ ਕਹਿਣ ਤੇ ਕਿੰਨੇ ਸਰੂਪ ਕਿੱਥੇ ਭੇਜੇ ਗਏ। ਜਦੋਂ ਸਾਰਾ ਕੁਝ ਸਾਹਮਣੇ ਆ ਜਾਏਗਾ, ਸਾਰਾ ਕੁਝ ਸੰਗਤ ਨੂੰ ਵੀ ਪਤਾ ਲੱਗ ਜਾਏਗਾ, ਤੁਹਾਡੀ ਜਿਹੜੀ ਇਮੇਜ ਹੈ ਉਹ ਦੁਨੀਆ ਦੇ ਸਾਹਮਣੇ ਕਲੀਅਰ ਹੋ ਜਾਏਗੀ। ਉਸ ਆਪਣੇ ਆਕਾਵਾਂ ਨੂੰ ਬਚਾਉਣ ਵਾਸਤੇ, ਆਪਣੇ ਅਧਿਕਾਰੀਆਂ ਨੂੰ ਬਚਾਉਣ ਵਾਸਤੇ, ਆਪਣੇ ਅਹੁਦੇਦਾਰਾਂ ਨੂੰ ਬਚਾਉਣ ਵਾਸਤੇ ਇਹ ਸਾਰਾ ਇੱਕ ਡਰਾਮਾ ਖੇਡਿਆ ਜਾ ਰਿਹਾ ਕਿ ਅੱਜ ਅਸੀਂ ਸਮਰੱਥ ਹਾਂ। ਅੱਜ ਤੋਂ 1 ਹਫ਼ਤਾ ਪਹਿਲਾਂ ਜਿਹੜਾ ਅਸੀਂ ਪੁਲਿਸ ਦੇ ਕੋਲ ਜਾਣ ਨੂੰ ਤਿਆਰ ਸੀ। ਇੱਕ ਇਹਦੇ 'ਚ ਹੋਰ ਜਿਹੜਾ ਸਵਾਲ ਸਾਹਮਣੇ ਆਉਂਦਾ ਕਿ ਇਹ ਮਾਮਲਾ ਸ਼ਾਇਦ 2015 ਦੇ ਆਸ-ਪਾਸ ਸਾਹਮਣੇ ਆ ਚੁੱਕਾ ਸੀਗਾ, ਪਰ ਅੱਜ 5 ਸਾਲ ਲੱਗੇ ਇਹਨੂੰ ਕਿਸੇ ਨਤੀਜੇ ਦੇ ਪਹੁੰਚਦਿਆਂ। ਨਤੀਜੇ ਦੇ ਤਾਂ ਖੈਰ ਹਾਲੇ ਵੀ ਨਹੀਂ ਪਹੁੰਚਿਆ। ਇਹਦਾ ਕੀ ਕਾਰਨ ਸੀਗਾ? ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੀ ਇਹ ਰਿਪੋਰਟ ਭਾਈ ਈਸ਼ਰ ਸਿੰਘ ਦੀ ਹੈਗੀ ਹੈ, ਉਹਦੇ ਮੁਤਾਬਕ ਸਭ ਤੋਂ ਪਹਿਲਾ ਦੋਸ਼ੀ ਜਿਹੜਾ ਹੈਗਾ CGL ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ 20 ਸਾਲ ਤੋਂ ਇੱਕੋ ਪੋਸਟ ਤੇ ਰਿਹਾ। ਅੱਛਾ ਜੀ। ਕੋਈ ਤਰੱਕੀ ਨਹੀਂ ਲਈ, ਕੋਈ ਉਹਨੂੰ ਤਰੱਕੀ ਨਹੀਂ ਦਿੱਤੀ ਗਈ, ਕੋਈ ਉਹਨੂੰ ਗੱਲ ਨਹੀਂ ਕਹੀ ਗਈ। CGL ਪਰ 20 ਸਾਲ ਉਸੇ ਨੌਕਰੀ ਦੇ ਉੱਤੇ, ਉਸੇ ਕੰਮ ਦੇ ਉੱਤੇ ਲੱਗਾ ਰਿਹਾ ਔਰ ਉਹਦੇ ਕੋਲੋਂ 239 ਸਰੂਪ ਗਾਇਬ ਹੋਏ। ਉਹਦੇ 18/8/2015 ਨੂੰ ਇੱਕ ਜਾਂਚ ਹੁੰਦੀ ਹੈ ਜਿਹਦੇ ਵਿੱਚ 239 ਪਾਵਨ ਸਰੂਪ ਵੱਧ ਪਾਏ ਜਾਂਦੇ ਨੇ। ਅੱਛਾ, ਵੱਧ ਵੀ ਜਾਂਦੇ ਨੇ, ਸਰੂਪ ਵੱਧ ਵੀ ਜਾਂਦੇ ਨੇ। ਫਿਰ ਉਸ ਤੋਂ ਬਾਅਦ 328 ਸਰੂਪ ਘੱਟ ਵੀ ਜਾਂਦੇ ਨੇ। ਇਹ ਰਿਪੋਰਟ ਈਸ਼ਰ ਸਿੰਘ ਹੋਰਾਂ ਦੀ ਲਿਖੀ ਹੋਈ ਹੈ। ਉਸ ਤੋਂ ਬਾਅਦ 19 ਸਾਲ ਤੱਕ ਇਹ 19/5 ਤੋਂ ਜਿਹੜਾ ਹੈਗਾ ਵਾ ਸ਼ਾਰਟ ਸਰਕਟ ਜਦੋਂ ਹੁੰਦਾ 19/5 ਨੂੰ, ਉਦੋਂ 80 ਸਰੂਪ ਅਗਨ ਭੇਟ ਹੋ ਜਾਂਦੇ ਨੇ ਜੀ। ਉਹਨੂੰ ਕਹਿੰਦੇ ਨੇ 8 ਸਰੂਪ ਸਾਡੇ ਜਿਹੜੇ ਸੀਗੇ ਅਗਨ ਭੇਟ ਹੋਏ ਨੇ। ਅੱਛਾ, ਅੱਗੇ ਚੱਲੀਏ। ਇੱਕ ਬਾਜ ਸਿੰਘ ਕਲਰਕ ਹੈ। ਬਾਜ ਸਿੰਘ ਕਲਰਕ ਨੂੰ 23/10/2018 ਨੂੰ ਫਲਾਈਂਗ ਸਕੁਐਡ ਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਫਲਾਈਂਗ ਆ,
ਉਹਦੀ ਰਿਪੋਰਟ ਮੁਤਾਬਕ ਬਾਜ ਸਿੰਘ ਨੇ ਇੱਕ ਗਬਨ ਕੀਤਾ ਹੈ। ਉਹਨਾਂ 9,82,700 ਰੁਪਈਆ ਉਹਨੂੰ ਕਿਹਾ ਜਾਂਦਾ ਜਮ੍ਹਾਂ ਕਰਾ। ਅੱਛਾ ਜੀ। ਜਦੋਂ 2018 ਦੇ ਵਿੱਚ ਇਹ ਸਭ ਕੁਝ ਪਤਾ ਸੀ ਤੁਹਾਨੂੰ, ਫਿਰ ਤੁਸੀਂ ਬਾਜ ਸਿੰਘ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਇਹ ਗਬਨ ਜਿਹੜਾ ਹੈ ਇਹ ਸਰੂਪਾਂ ਨਾਲ ਰਿਲੇਟਡ, ਸਰੂਪਾਂ ਨਾਲ ਰਿਲੇਟਡ ਹੈ। ਉਹਦੇ ਕੋਲੋਂ ਮੁਆਵਜ਼ੇ ਦੇ ਤੌਰ ਦੇ ਉੱਤੇ ਪੈਸੇ ਉਹਦੇ ਕੋਲੋਂ ਰਿਕਵਰੀ ਕਰ ਲਿੱਤੀ ਗਈ, ਲੇਕਿਨ ਉਹਨੂੰ ਫਿਰ ਉਸੇ ਹੀ ਪੋਸਟ ਦੇ ਉੱਤੇ ਰਹਿਣ ਦਿੱਤਾ ਗਿਆ। ਅੱਛਾ ਜੀ। ਇਹਦਾ ਮਤਲਬ ਇਹ ਹੈਗਾ ਕਿ ਇਹ ਸਾਰਾ ਕੁਝ ਤੁਹਾਨੂੰ ਪਤਾ ਸੀ ਕੀ ਕੁਝ ਹੋ ਰਿਹਾ ਹੈ। ਤੁਸੀਂ ਸਿਰਫ ਆਪਣੇ ਅਧਿਕਾਰੀਆਂ, ਅਹੁਦੇਦਾਰਾਂ ਨੂੰ ਤੇ ਆਪਣੇ ਸਿਆਸੀ ਆਕਾਵਾਂ ਨੂੰ ਬਚਾਉਣ ਵਾਸਤੇ ਸਾਰਾ ਡਰਾਮਾ ਖੇਡਦੇ ਰਹੇ। ਅੱਗੇ ਚਲੀਏ, ਗੁਰਬਚਨ ਸਿੰਘ ਮੀਤ ਸਕੱਤਰ ਆਂਦਾ ਹੈ। ਇਹ ਆਪਣੀ ਮਰਜ਼ੀ ਦੇ ਨਾਲ ਸਰੂਪ ਛਾਪਦਾ ਹੈ, 125 ਸਰੂਪ ਇੱਕ ਤੇ 61 ਸਰੂਪ ਇੱਕ। ਅੱਛਾ ਜੀ। ਇਹਦੇ ਚ ਕੋਈ ਇਹ ਤਰ੍ਹਾਂ ਦੀ ਕੋਈ ਵਿਭਾਗੀ ਪਰਮਿਸ਼ਨ? ਕਿਸੇ ਕਿਸਮ ਦੀ ਕੋਈ ਪਰਮਿਸ਼ਨ ਨਹੀਂ ਜੀ। ਮੇਰੇ ਕੋਲ ਵੇਸਟੇਜ ਪਈ ਹੋਈ ਹੈ ਪੱਤਰਿਆਂ ਦੀ, ਮੈਂ ਉਹਨਾਂ ਵੇਸਟੇਜ ਦੇ ਵਿੱਚੋਂ ਸਰੂਪ ਤਿਆਰ ਕਰਵਾ ਲਏ। ਠੀਕ ਹੈ। ਇਹ ਕੋਈ ਬਾਣੀਏ ਦੀ ਦੁਕਾਨ ਨਹੀਂ ਕਿ 2 ਕਿਲੋ ਦਾਲ ਘਟ ਗਈ ਆ ਤੇ ਉਹ ਆਪਾਂ ਥੋੜੀ ਜਿਹੀ ਘਟਾ ਲਈ, ਕਿਸੇ ਗਾਹਕ ਨੂੰ ਦੇਣ ਲੱਗਾ ਉਹ ਚੋਂ 10 ਗ੍ਰਾਮ 15 ਗ੍ਰਾਮ ਘਟਾ ਕੇ ਪੂਰੀ ਕਰ ਲਈਏ, ਨਹੀਂ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਸਭ ਤੋਂ ਵੱਡੀ ਗੱਲ, ਇਹਦਾ ਹਿਸਾਬ ਸਾਲ ਦੇ ਵਿੱਚ 3 ਵਾਰ ਆਡਿਟ ਕੀਤਾ ਜਾਂਦਾ ਹੈ। 3 ਲੋਕ ਇਹਨੂੰ ਆਡਿਟ ਕਰਦੇ ਨੇ, ਇੰਟਰਨਲ ਐਡੀਟਰ, ਸਰਕਾਰੀ ਐਡੀਟਰ, ਔਰ ਉਸ ਤੋਂ ਬਾਅਦ ਜਿਹੜਾ CA SS ਕੋਹਲੀ ਸਾਹਿਬ ਰੱਖੇ ਹੋਏ ਸੀਗੇ, ਜਿਨ੍ਹਾਂ ਨੂੰ ਹਰ ਮਹੀਨੇ 10 ਲੱਖ ਰੁਪਈਆ ਤਨਖਾਹ ਦਿੰਦੇ ਸੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਕਰੋ ਕਿ ਇਹ ਸਾਰਾ ਕੁਝ ਕਿੱਦਾਂ ਵਾਪਰਦਾ ਪਿਆ। ਔਰ ਇਹਦੇ ਨਾਲ ਇੱਕ ਸਭ ਤੋਂ ਜ਼ਿਆਦਾ ਦੁਖਦਾਈ ਗੱਲ, ਜ਼ਿੰਮੇਵਾਰ ਅਹੁਦਿਆਂ ਤੇ ਬੈਠ ਕੇ ਝੂਠ ਬੋਲਣ ਦਾ ਰਿਕਾਰਡ ਅਹੁਦੇਦਾਰ ਕਰ ਰਹੇ ਨੇ। ਇਹਨਾਂ ਨੇ 27 ਜੂਨ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਦੋਂ ਰਾਮਸਰ ਸਾਹਿਬ ਗੁਰਦੁਆਰੇ ਦੇ ਵਿੱਚ ਸਰੂਪ ਜਿਹੜੇ ਸੀਗੇ ਉਹਨਾਂ ਨੂੰ ਅੱਗ ਲੱਗ ਗਈ ਸੀ ਸ਼ਾਰਟ ਸਰਕਟ ਕਾਰਨ, ਉਹਦੇ ਵਿੱਚ 8 ਸਰੂਪ ਜਿਹੜੇ ਸੀਗੇ ਨੁਕਸਾਨੇ ਗਏ ਸੀ ਜੀ। ਇਹ ਮੇਰੇ ਕੋਲ ਇੱਕ ਰਿਪੋਰਟ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਔਰ ਇਹ 24/2/2020 ਦੀ ਹੈ ਜੀ, ਯਾਨੀ ਕਿ ਇਸ ਸਾਲ ਦੇ ਦੂਜੇ ਮਹੀਨੇ ਦੀ। ਉਹਦੇ ਵਿੱਚ ਸਾਫ਼ ਤੌਰ ਤੇ ਕਵਲਜੀਤ ਸਿੰਘ ਲਿਖ ਕੇ ਦੇ ਰਿਹਾ ਜੀ ਕਿ 80 ਸਰੂਪ ਨੁਕਸਾਨੇ ਗਏ ਨੇ। ਇਹਨਾਂ ਦੇ ਨਾਲ ਰੁਮਾਲੇ ਸੀਗੇ, ਇਹਦੇ ਨਾਲ ਦੀ ਨਾਲ ਜਿਹੜੇ ਸੀਗੀਆਂ ਚਾਦਰਾਂ ਸੀਗੀਆਂ, ਗੱਦੇ ਸੀਗੇ, ਇਹਦੇ ਨਾਲ ਜਿਹੜੇ ਸੀਗੇ ਸੁਖਾਸਨ ਦੇ ਪਲੰਗ ਸੀਗੇ, ਉਹ ਵੀ ਨਾਲ ਨੁਕਸਾਨ। ਫਿਰ ਇਹ ਕੀ ਹੈ, ਜੇ ਉਹ ਠੀਕ ਸੀ, ਯਾਨੀ ਕਿ 27 ਜੂਨ ਨੂੰ ਜਿਹੜੇ ਸਰੂਪ 8 ਸੀਗੇ ਉਹ ਉਸ ਤੋਂ 6 ਮਹੀਨੇ ਪਹਿਲਾਂ 80 ਕਿੱਦਾਂ ਦੇ ਨੇ, 80 ਤੋਂ 8 ਕਿੱਦਾਂ ਕੀਤੇ ਜਾਂਦੇ ਨੇ। ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਮਹਿਤਾ ਕੌਮ ਨੂੰ ਜਵਾਬਦੇ ਨੇ, ਲੇਕਿਨ ਉਹ ਬਿਲਕੁਲ ਖਾਮੋਸ਼ ਨੇ, ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈਗਾ ਵਾ ਇੱਕ ਮਿਲੀ ਭੁਗਤ ਨਾਲ ਹੋ ਰਿਹਾ, ਔਰ ਇਸ ਮਿਲੀ ਭੁਗਤ ਨੂੰ ਜਿਹੜਾ ਹੈਗਾ ਵਾ ਜਨਤਕ ਕਰਨ ਦੀ ਜ਼ਰੂਰਤ ਹੈ। ਇੱਕ ਇਹਦੇ 'ਚ ਹੋਰ ਇੱਕ ਆਂਦਾ ਜੀ, ਨੈਤਿਕਤਾ ਦਾ ਆਧਾਰ। ਨੈਤਿਕਤਾ ਦੇ ਆਧਾਰ ਤੇ ਸਰਦਾਰ ਰੂਪ ਸਿੰਘ ਹੋਰੀ ਅਸਤੀਫਾ ਦਿੰਦੇ ਨੇ। ਕੀ ਉਹ ਨੈਤਿਕਤਾ ਪ੍ਰਧਾਨ ਤੇ ਲਾਗੂ ਨਹੀਂ ਹੁੰਦੀ? ਵੀਰ ਜੀ, ਨੈਤਿਕਤਾ ਦਾ ਆਧਾਰ ਦਾ ਤਾਂ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਹੈ। ਇਕੱਲੇ ਰੂਪ ਸਿੰਘ ਦੀ ਨੈਤਿਕਤਾ ਹੀ ਕਿਉਂ ਜਾਗਦੀ ਹੈ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ 17 ਦੇ ਵਿੱਚ ਜਦੋਂ ਉਹ ਪ੍ਰਧਾਨ 2018 ਵਿੱਚ ਜਦੋਂ ਪ੍ਰਧਾਨ ਬੰਦੇ ਪਏ ਨੇ, ਉਦੋਂ ਹੀ ਇਹ ਸਾਰੀ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਜਾਂਦਾ, ਵੱਖ-ਵੱਖ ਲੋਕਾਂ ਦੇ ਕੋਲੋਂ ਜਾਣੂ ਕਰਵਾਇਆ ਜਾਂਦਾ, ਲੇਕਿਨ ਉਹ ਕੋਈ ਕਾਰਵਾਈ ਨਹੀਂ ਕਰਦੇ। ਉਸ ਤੋਂ ਅੱਗੇ ਚੱਲੀਏ, ਸਰਦਾਰ ਰਜਿੰਦਰ ਸਿੰਘ ਮਹਿਤਾ, ਜਿਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਸੀ, 2015 ਤੋਂ ਲੈ ਕੇ 2020 ਤੱਕ ਉਹ ਬਿਲਕੁਲ ਖਾਮੋਸ਼ ਰਹਿੰਦੇ ਨੇ। ਉਸ ਤੋਂ ਅੱਗੇ ਚੱਲੀਏ, ਸ਼੍ਰੋਮਣੀ ਕਮੇਟੀ ਦੇ ਬਾਕੀ ਅਧਿਕਾਰੀ ਜਿਹੜੇ ਕਿਸੇ ਨਾ ਕਿਸੇ ਢੰਗ ਨਾਲ ਇਸ ਮਾਮਲੇ ਵਿੱਚ ਜੁੜੇ ਹੋਏ ਨੇ, ਉਹ ਸਾਰੇ ਹੀ ਖਾਮੋਸ਼ ਨੇ। ਤੇ ਜਦੋਂ ਇਹ ਸਾਰੇ ਹੀ ਖਾਮੋਸ਼ ਰਹਿੰਦੇ ਨੇ ਤੇ ਇਹਦਾ ਮਤਲਬ ਇਹ ਹੈਗਾ ਕਿ ਇਹਨਾਂ ਦੇ ਅੰਦਰ ਨੈਤਿਕਤਾ ਨਾਂ ਦੀ ਕੋਈ ਚੀਜ਼ ਨਹੀਂ ਬਚੀ। ਰੂਪ ਸਿੰਘ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਕਿਉਂਕਿ ਮੈਂ ਚੀਫ ਸੈਕਟਰੀ ਹਾਂ। ਹਾਲਾਂਕਿ ਚੀਫ ਸੈਕਟਰੀ ਦਾ ਕੰਮ ਰਾਮਸਰ ਸਾਹਿਬ ਜਾ ਕੇ ਸਰੂਪਾਂ ਦੀ ਗਿਣਤੀ ਕਰਨਾ, ਸਰੂਪਾਂ ਦਾ ਮਾਮਲਾ ਦੇਖਣਾ ਨਹੀਂ ਹੈਗਾ ਸੀ, ਪਰ ਕਰਵਾਉਣਾ ਸੀ। ਉਹ ਕਰਵਾਉਣ ਵਿੱਚ ਅਸਫਲ ਰਿਹਾ, ਉਹਨੇ ਆਪਣੀ ਜ਼ਿੰਮੇਵਾਰੀ ਮੰਨ ਲਈ। ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਔਰ ਭਾਈ ਰਜਿੰਦਰ ਸਿੰਘ ਮਹਿਤਾ ਦੀ ਜ਼ਿੰਮੇਵਾਰੀ ਕਿਉਂ ਨਹੀਂ ਸੀ? ਔਰ ਇਹ ਸਾਰਿਆਂ ਦੇ ਨਾਲ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੀ ਇਸ ਮਾਮਲੇ ਤੱਕ ਖਾਮੋਸ਼ ਰਹੇ ਨੇ। ਕਿਉਂ ਉਹ ਖਾਮੋਸ਼ ਰਹੇ? ਉਹਨਾਂ ਪਿੱਛੇ ਕੀ ਮਜਬੂਰੀਆਂ ਸੀ? ਕੇਵਲ ਇੱਕ ਕੁਰਸੀ ਨੂੰ ਪਹਿਲ ਦੇ ਕੇ, ਕੁਰਸੀ ਨੂੰ ਬਚਾਉਣ ਵਾਸਤੇ ਆਪਣੇ ਗੁਰੂ ਦੀ ਤੋਹੀਨ ਕਰਵਾ ਲੈਣੀ। ਮੈਂ ਸਮਝਦਾ ਇਹ ਸਾਡੀ ਜ਼ਮੀਰ ਮਰ ਚੁੱਕੀ ਕਵਾਂਗਾ ਇਸ ਗੱਲ ਨੂੰ। ਬਿਲਕੁਲ ਠੀਕ। ਕਿਉਂਕਿ ਜਦੋਂ ਤੁਸੀਂ ਗੁਰੂ ਦੀ ਬੇਅਦਬੀ ਬਰਦਾਸ਼ਤ ਕਰਦੇ ਹੋ, ਅਗਰ ਬਰਗਾੜੀ 'ਚ ਹੁੰਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਅਗਰ ਅੰਮ੍ਰਿਤਸਰ 'ਚ ਹੁੰਦੀ ਹੈ ਤੇ ਉਹ ਬੇਅਦਬੀ ਨਹੀਂ ਹੈ, ਉਹ ਅੰਦਰੂਨੀ ਮਸਲਾ, ਉਹ ਤੁਹਾਡਾ ਅੰਦਰੂਨੀ ਮਾਮਲਾ ਆ, ਅਸੀਂ ਬੈਠ ਕੇ ਹੱਲ ਕਰ ਸਕਦੇ ਹਾਂ। ਇਹਦਾ ਮਤਲਬ ਇਹ ਹੈਗਾ ਕਿ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਤੁਸੀਂ ਸਿਰਫ ਗੱਦੀ ਨੂੰ ਪਹਿਲ ਦੇ ਰਹੇ ਹੋ। ਮੈਂ ਹੈਰਾਨ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰ ਨੇ, 117 ਦੇ ਵਿੱਚੋਂ ਕਿਸੇ ਮੈਂਬਰ ਨੇ ਉੱਠ ਕੇ ਇਹ ਗੱਲ ਨਹੀਂ ਕਹੀ ਕਿ ਜੀ ਆਹ ਗੱਲ ਇੱਦਾਂ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਮੈਂਬਰਾਂ ਨੂੰ, ਜਿਹੜੇ ਕਿ ਧਰਮ ਦੇ ਨਾਂ ਦੇ ਉੱਤੇ ਕੰਮ ਕਰਦੇ ਨੇ, ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਾਜਨੀਤੀ ਕਰਦੇ ਨੇ, ਉਹਨਾਂ ਨੂੰ ਤੇ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਹੈ।
ਇਸ ਹਾਲਾਤ ਦੇ ਵਿੱਚ ਮੈਂ ਤਾਂ ਸਮਝਦਾ ਕਿ ਰੋਮ ਸੜਦਾ ਪਿਆ ਔਰ ਨੀਰੋ ਬੰਸਰੀ ਵਜਾ ਰਹੇ ਨੇ। ਇੱਥੇ ਇੱਕ ਨੀਰੋ ਨਹੀਂ 170 ਨੀਰੋ ਜਿਹੜੇ ਨੇ ਉਹ ਬੰਸਰੀਆਂ ਵਜਾਈ ਜਾ ਰਹੇ ਨੇ। ਉਹ ਦੇਖ ਰਹੇ ਨੇ ਕਿ ਕਿੱਦਾਂ ਹੋਏਗਾ, ਕਿਵੇਂ ਕਰਾਂਗੇ, ਲੋਕਾਂ ਵਿੱਚ ਜਾਣਾ ਆ, ਵੋਟਾਂ ਲੈਣੀਆਂ ਆ। ਲੋਕਾਂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਿਫਾਜ਼ਤ ਵਾਸਤੇ ਰੱਖਿਆ ਸੀ, ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰਨ ਵਾਸਤੇ। ਤੁਸੀਂ ਸਿੱਧੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਨਹੀਂ ਕੀਤੀ, ਸਾਰੇ ਮਾਪਦੰਡ ਖਤਮ ਕਰ ਦਿੱਤੇ ਨੇ। ਸਿੱਖ ਦਾ ਆਧਾਰ, ਜੀਵਨ ਦਾ ਆਧਾਰ ਗੁਰਬਾਣੀ ਆ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਦਰਜ ਆ। ਤੁਸੀਂ ਉਸ ਗੁਰਬਾਣੀ ਨੂੰ ਵੀ ਦਾਅ ਦੇ ਉੱਤੇ ਲਾ ਦਿੱਤਾ। ਤੇ ਅਸੀਂ ਕੀ ਕਵਾਂਗੇ ਲੋਕਾਂ ਨੂੰ? ਅਸੀਂ ਕਿਹੜੀ ਧਰਮ ਦੀ ਗੱਲ ਕਰਦੇ ਹਾਂ, ਕਿਹੜੀ ਸਿੱਖਾਂ ਦੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ? ਆਪਣੀ ਜ਼ਮੀਰ ਜਗਾਉਣੀ ਚਾਹੀਦੀ ਹੈ ਸਾਨੂੰ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਗੱਲ ਆਖੀ ਗਈ ਹੈ ਕਿ ਇਹ ਅਸੀਂ ਅੰਦਰੂਨੀ ਕਾਰਵਾਈ ਕਰਾਂਗੇ, ਕਿ ਇਸ ਮਸਲੇ ਨੂੰ ਸਮਾਂ ਪਾਉਣਾ ਜਾਂ ਟਪਾਉਣਾ ਜਾਂ ਵਾਲੀ ਗੱਲ ਨਹੀਂ ਹੈ ਕਿ ਇਹ ਕਦੋਂ ਹੋਏਗਾ, ਕਿਵੇਂ ਹੋਏਗਾ। ਇਹਦੇ ਵਾਸਤੇ ਇੱਕ ਹੋਰ ਕਮੇਟੀ, ਇੱਕ ਹੋਰ ਮੀਟਿੰਗ ਹੋਏਗੀ। ਵੀਰ ਜੀ, ਮੈਂ ਸਮਝਦਾ ਕਿ ਡੰਗ ਟਪਾਊ ਕੰਮ ਨੇ। ਇਹਨਾਂ ਵਿੱਚ ਕੁਝ ਨਹੀਂ ਰੱਖਿਆ ਹੋਇਆ। ਆਈ ਵਾਸ਼ ਸੀਗੀ, ਉਸ ਵੇਲੇ ਲੋਕਾਂ ਦਾ ਰੋਹ ਸੀ। ਇੱਕ ਹਫ਼ਤੇ ਬਾਅਦ ਤੁਸੀਂ ਜਦੋਂ ਵੇਖਿਆ ਕਿ ਲੋਕ ਸ਼ਾਂਤ, ਮੈਂ ਹੈਰਾਨ ਹਾਂ ਕਿ ਵੱਡੀਆਂ ਵੱਡੀਆਂ ਦਾਅਵੇ ਕਰਨ ਵਾਲੀਆਂ ਜਥੇਬੰਦੀਆਂ, ਜੀ ਅਸੀਂ ਦਮਦਮੀ ਟਕਸਾਲ ਹਾਂ, ਅਸੀਂ ਅਖੰਡ ਕੀਰਤਨੀ ਜਥਾ ਹਾਂ, ਅਸੀਂ ਨਿਹੰਗ ਸਿੰਘ ਜਥੇਬੰਦੀਆਂ ਹਾਂ, ਕਿਸੇ ਨੇ ਵੀ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਅਫਸੋਸ ਪ੍ਰਗਟ ਕਰਨਾ ਵੀ ਜਾਇਜ਼ ਨਹੀਂ ਸਮਝਿਆ। ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਤੇ ਸਾਨੂੰ ਆਪਣੀ ਜ਼ਮੀਰ ਨੂੰ ਝੰਜੋੜ ਲੈਣਾ ਚਾਹੀਦਾ ਸੀ, ਆਪਣੀ ਜ਼ਮੀਰ ਨੂੰ ਜਗਾ ਲੈਣਾ ਚਾਹੀਦਾ ਸੀ। ਚੰਦ ਇੱਕ ਅਖਬਾਰਾਂ ਨੂੰ ਛੱਡ ਦਈਏ, ਬਾਕੀ ਤਾਂ ਸਾਰੇ ਗੁਣਗਾਨ ਕਰਦੇ ਪਏ ਨੇ ਜੀ। ਬਹੁਤ ਵਧੀਆ ਫੈਸਲਾ ਲਿੱਤਾ ਸ਼੍ਰੋਮਣੀ ਕਮੇਟੀ ਦਾ, ਬਹੁਤ ਇੱਕ ਉਸਾਰੂ ਫੈਸਲਾ। ਜੇ ਇਹ ਉਸਾਰੂ ਫੈਸਲੇ ਨੇ, ਫਿਰ ਮਾੜੇ ਫੈਸਲੇ ਕਿਹੜੇ ਹੁੰਦੇ ਨੇ? ਮੈਨੂੰ ਨਹੀਂ ਲੱਗਦਾ। ਉਸਾਰੂ ਤੋਂ ਬਾਅਦ ਜਦੋਂ ਇੱਕ ਹਫ਼ਤੇ ਬਾਅਦ ਹੀ ਦੂਸਰੀ ਮੀਟਿੰਗ 'ਚ ਪਰਸੋਂ 5 ਤਰੀਕ ਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਇਹ ਉਸਾਰੂ ਹੈ, ਉਂਡਗਾਰੂ ਬਣ ਗਈ ਹੈ। ਤੇ ਉਹਦੇ ਬਾਅਦ ਇੱਕ ਫਿਰ ਰੋਸ਼ ਪ੍ਰਗਟ ਹੋਣਾ ਜਾਂ ਰੋਸ਼ ਦੀ ਲਹਿਰ ਜਾਗਣੀ, ਕਿਉਂਕਿ ਇਹ ਕਾਰਵਾਈ ਸਾਰਿਆਂ ਨੂੰ ਪਤਾ ਕਿ ਜਿਹੜੀ ਕਾਰਵਾਈ ਇਹ ਦੀ ਗੱਲ ਇਹ ਕਰ ਰਹੇ ਅੰਦਰੂਨੀ ਕਾਰਵਾਈ, ਉਹਦੇ 'ਚ ਸਵਾਏ ਜਿਵੇਂ ਤੁਸੀਂ ਕਿਹਾ ਕਿ ਜੋੜੇ ਝਾੜਨਾ, ਪਾਠ ਕਰਨਾ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ, ਜਾਂ ਵੱਧ ਤੋਂ ਵੱਧ ਨੌਕਰੀ ਤੋਂ ਕੱਢ ਦਿੱਤਾ ਜਾਏਗਾ। ਪਰ ਕਾਨੂੰਨੀ ਕਾਰਵਾਈ ਜਿਹਦੇ ਕੋਲ ਅਧਿਕਾਰ ਸੀ ਕਿ ਉਹ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦੇਵੇ। ਕਾਨੂੰਨ ਦਾ ਮੁਤਾਬਕ ਸਜ਼ਾ ਦਾ ਮਤਲਬ ਕੀ ਆ? ਜੇਲ੍ਹ ਜਾਂ ਉਹਦੇ ਨਾਲ ਜੁਰਮਾਨੇ ਜਾਂ ਉਹਦੇ ਨਾਲ ਮੁੱਖ ਰੱਖਦੀਆਂ ਹੋਰ ਚੀਜ਼ਾਂ, ਉਹਦੇ ਤੋਂ ਇਹ ਸਾਰਿਆਂ ਨੂੰ ਬਚਾ ਲਿਆ ਗਿਆ ਲੱਗਦਾ। ਪਰ ਬਰਗਾੜੀ ਤੇ ਦੂਸਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਚੋਰੀ ਹੋ ਜਾਂਦੇ ਨੇ, ਜਾਂ ਜਿਹੜੇ ਪਟਿਆਲੇ ਤੋਂ ਪੁਰਾਤਨ ਚੋਰੀ ਹੋ ਚੁੱਕੇ ਨੇ, ਉਹਦੇ ਲਈ ਸਾਡਾ ਮੋਰਚਾ ਜਾਰੀ ਰਹੇਗਾ। ਵੀਰ ਜੀ, ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਜਦੋਂ ਅਸੀਂ ਇਹਨਾਂ ਦਾ ਇਤਿਹਾਸ ਵੇਖਣਾ ਸ਼ੁਰੂ ਕਰਦੇ ਹਾਂ, ਆਪਾਂ ਇੱਕ ਪ੍ਰੋਗਰਾਮ ਤੁਹਾਡੇ ਧਿਆਨ 'ਚ ਹੋਏਗਾ, ਅਸੀਂ ਦੋਵਾਂ ਨੇ ਕੀਤਾ ਸੀ, ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਇੰਗਲੈਂਡ ਵਿੱਚ ਵੇਚਿਆ ਗਿਆ ਸੀ 4000 ਪਾਉਂਡ ਦਾ। ਉਹ ਸਾਡੀ ਇੱਕ ਧਾਰਮਿਕ ਸ਼ਖਸੀਅਤ ਵੱਲੋਂ ਵੇਚਿਆ ਗਿਆ ਸੀ। ਉਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਉਦੋਂ ਬੜਾ ਰੌਲਾ ਪਾਇਆ ਸੀ ਕਿ ਅਸੀਂ ਇਹ ਇੱਦਾਂ ਕਰਾਂਗੇ, ਅਸੀਂ ਉਹ ਕਰਾਂਗੇ। ਬਾਅਦ ਵਿੱਚ ਕੁਝ ਹੋਇਆ। ਇਸੇ ਤਰ੍ਹਾਂ ਹੀ ਇਸ ਮਾਮਲੇ ਨੂੰ ਵੀ ਇੱਕ ਵੇਲੇ ਤਾਂ ਬਹੁਤ ਉਭਾਰਿਆ ਗਿਆ ਜੀ ਕਿ ਅਸੀਂ ਵਕਤ ਪਾ ਦਿਆਂਗੇ, ਅਸੀਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ, ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦਿਵਾਵਾਂਗੇ। ਅੱਜ ਉਹੀ ਕਾਨੂੰਨ ਸਮਰੱਥ ਹੋ ਜਾਂਦੇ ਨੇ। ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਤੁਸੀਂ ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਹੁਕਮ ਅਦੂਲੀ ਕਿੱਦਾਂ ਹੁੰਦੀ ਹੈ। ਜਥੇਦਾਰ ਅਕਾਲ ਤਖਤ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਇਸ 10 ਪੇਜ ਦੀ ਰਿਪੋਰਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੀਡੀਆ ਦੇ ਸਾਹਮਣੇ ਸੀਲਬੰਦ ਲਿਫਾਫਾ ਖੋਲ੍ਹੇ ਔਰ ਇਹਦੇ 'ਤੇ ਚਰਚਾ ਕਰਕੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰੇ। ਹੁੰਦਾ ਕੀ ਹੈ, 27 ਜਿਹੜੀ ਅਗਸਤ ਨੂੰ ਮੀਟਿੰਗ ਹੁੰਦੀ ਹੈ, ਉਸ ਤੋਂ ਪਹਿਲਾਂ ਇੱਕ ਹਵਾ ਦੇ ਵਿੱਚ ਸਰਗੋਸ਼ੀਆਂ ਸੀਗੀਆਂ ਕਿ ਇਹ ਰਿਪੋਰਟ ਚੰਡੀਗੜ੍ਹ ਪਹੁੰਚ ਚੁੱਕੀ ਹੈ। ਚੰਡੀਗੜ੍ਹ ਫਾਈਨਲ ਹੋਇਆ ਕਿ ਇਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ, ਇਸ ਬੰਦੇ ਨੂੰ ਮੁਅੱਤਲ ਕੀਤਾ ਜਾਵੇ, ਇਸ ਬੰਦੇ ਨੂੰ ਇੱਦਾਂ ਕਰ ਦਿੱਤਾ ਜਾਵੇ। ਇਹਨਾਂ ਨੂੰ ਉੱਥੋਂ ਜਿਹੜਾ ਫੈਸਲਾ ਲਿਖਿਆ ਲਿਖਾਇਆ ਆਉਂਦਾ ਹੈ, ਉਹੀ ਫੈਸਲਾ 27 ਤਰੀਕ ਦੀ ਮੀਟਿੰਗ ਵਿੱਚ ਪੜ੍ਹ ਦਿੱਤਾ ਜਾਂਦਾ। ਕਿਸੇ ਮੈਂਬਰ ਨੂੰ ਇਹ ਰਿਪੋਰਟ 27 ਤਰੀਕ ਨੂੰ ਨਹੀਂ ਦਿਖਾਈ ਗਈ। 5 ਤਰੀਕ ਨੂੰ ਉਸ ਵੇਲੇ ਜਨਤਕ ਕੀਤੀ ਗਈ ਜਦੋਂ ਲੱਗਾ ਕਿ ਹੁਣ ਮਾਮਲਾ ਕੁਝ ਸ਼ਾਂਤ ਆ, ਇਸ ਮਾਮਲੇ ਨੂੰ ਬਾਹਰ ਕਰ ਦਿੱਤਾ ਜਾਵੇ। ਜਿਹੜੇ ਮੈਂਬਰਾਂ ਨੇ ਉਦੋਂ ਰੌਲਾ ਪਾਇਆ ਸੀ ਕਿ ਸਾਨੂੰ ਰਿਪੋਰਟ ਦਿਖਾਓ, ਮੈਂ ਹੈਰਾਨ ਹਾਂ ਕਿ ਅਸੀਂ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹਾਂ, ਯਾਨੀ ਕਿ ਅੱਪਰ ਹਾਊਸ, ਉਹਨਾਂ ਦਾ ਵੀ 11 ਦੇ 11 ਬੰਦਿਆਂ ਦਾ ਜ਼ਮੀਰ ਬੋਲਿਆ ਹੀ ਨਹੀਂ। ਤੁਹਾਨੂੰ ਇਹ ਵੀ ਨਹੀਂ ਲੱਗਾ ਕਿ ਗੁਰੂ ਦੀ ਤੋਹੀਨ ਹੋਈ ਹੈ, ਗੁਰੂ ਨਾਲ ਧੱਕਾ ਹੋਇਆ, ਗੁਰੂ ਦੀ ਬੇਅਦਬੀ ਹੋਈ ਹੈ? ਘੱਟੋ ਘੱਟ ਬੋਲੋ ਤੇ ਸਹੀ। ਲੇਕਿਨ ਉਹ 11 ਦੇ 11 ਰਿਪੋਰਟ ਲੈ ਕੇ ਘਰਾਂ ਨੂੰ ਚਲੇ ਗਏ। ਪਿਛਲੀ ਮੀਟਿੰਗ ਦੇ ਵਿੱਚ ਸਜ਼ਾਵਾਂ ਸੁਣਾਤੀਆਂ। ਔਰ ਹੈਰਾਨੀ ਦੀ ਗੱਲ ਹੈ ਕਿ 18
ਸਤੰਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ 2016 ਵਾਲੀ ਐਗਜ਼ੈਕਟਿਵ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਹੋਇਆ ਜੀ ਸਪਸ਼ਟੀਕਰਨ ਦੇਣ ਵਾਸਤੇ, ਪੁੱਛਣ ਵਾਸਤੇ। ਇਹਨੂੰ ਤਲਬ ਨਾ ਕਿਹਾ ਲਿਆ ਜਾਵੇ ਤਾਂ ਇਹਨੂੰ ਉਹਨਾਂ ਨੇ ਕਹਿ ਦਿੱਤਾ ਜੀ ਬੁਲਾਇਆ ਹੋਇਆ, ਬੁਲਾਇਆ ਤਲਬ ਹੋਇਆ, ਗੱਲ ਤਾਂ ਇੱਕ ਹੀ ਹੈ। ਉਸ ਐਗਜ਼ੈਕਟਿਵ ਦੇ ਵਿੱਚ ਭਾਈ ਰਜਿੰਦਰ ਸਿੰਘ ਮਹਿਤਾ ਵੀ ਮੈਂਬਰ ਸਨ, ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਲਈ ਬੁਲਾਇਆ ਹੋਇਆ। ਲੇਕਿਨ 27 ਅਗਸਤ ਨੂੰ ਜਦੋਂ ਇਹਨਾਂ 16 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਉਣੀਆਂ ਸੀ ਤੇ ਭਾਈ ਮਹਿਤਾ ਮੁਨਸਫ ਬਣ ਕੇ ਬੈਠੇ ਹੋਏ ਸੀ। ਕਿਹੜੀਆਂ ਸੀ ਜਿਹੜੀਆਂ ਹੈਗੀਆਂ ਕਾਨੂੰਨ, ਕਿਹੜਾ ਕਾਨੂੰਨ ਇੱਥੇ ਬਚਦਾ? ਇੱਕ ਪਾਸੇ ਗੁਰਦੁਆਰਾ ਐਕਟ ਹੈ, ਤੁਹਾਡੇ ਸਰਵਿਸ ਨਿਯਮ ਨੇ, ਸਰਵਿਸ ਲਾ ਆ, ਉਹ ਸਾਰੇ ਹੀ ਤੁਸੀਂ ਠੁੱਸ ਕਰ ਦਿੱਤੇ। ਆਪਣੀ ਮਰਜ਼ੀ ਦੇ ਨਾਲ ਤੁਸੀਂ ਕੁਝ ਬੰਦਿਆਂ ਦੇ ਨਾਮ ਕੱਢੇ, ਆਪਣੀ ਮਰਜ਼ੀ ਨਾਲ ਕੁਝ ਬੰਦਿਆਂ ਦੇ ਨਾਮ ਚੜਾਏ। ਅੱਜ ਮੇਰੇ ਕੋਲ ਕਵਲਜੀਤ ਸਿੰਘ ਦਾ ਇੱਕ ਪੱਤਰ ਦਾ ਇੱਕ ਹਿੱਸਾ ਮੇਰੇ ਕੋਲ ਆਇਆ ਹੈ, ਜਿਹਦੇ ਵਿੱਚ ਉਹਨੇ ਇੱਕ ਉੱਚ ਅਧਿਕਾਰੀ ਦੇ ਉੱਤੇ ਦੋਸ਼ ਲਗਾਏ ਨੇ। ਕਹਿੰਦੇ ਮੇਰੇ ਕੋਲ ਪਰਚੀਆਂ ਵੀ ਖੋਲ੍ਹੀਆਂ ਸੀ ਜਿਹੜੇ ਮੈਂ ਡੂ 'ਚ ਲੈ ਕੇ ਆਇਆ ਸੀ, ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਸਰੂਪ ਕਿਹਨੂੰ ਦਿੱਤੇ ਤੇ ਕਿੱਥੇ ਕਿੱਥੇ ਦਿੱਤੇ। ਹੁਣ ਜੀ ਕੁੱਲ ਮਿਲਾ ਕੇ ਮਸਲਾ ਜਿਹੜਾ ਹੁਣ ਇੱਥੇ ਆ ਕੇ ਖਲੋਂਦਾ ਕਿ ਸਵਾਲ ਬਹੁਤ ਸਾਰੇ ਛੱਡੇ ਗਏ ਨੇ ਜਿਨ੍ਹਾਂ ਦੇ ਜਵਾਬ ਨਹੀਂ ਸਾਨੂੰ ਮਿਲ ਰਹੇ ਹੈਗੇ। ਨੰਬਰ 1 ਕਿ ਕਵਲਜੀਤ ਨੂੰ 2015 ਦੇ ਵਿੱਚ ਸਾਹਮਣੇ ਇਹ ਮਸਲੇ ਨੂੰ ਲਿਆਂਦਾ ਜਾਂਦਾ ਤੇ ਅੱਜ 5 ਸਾਲ ਕਿਉਂ ਲੱਗੇ? ਸਵਾਲ ਨੰਬਰ 2 ਕਵਲਜੀਤ ਪਿਛਲੇ 20 ਸਾਲਾਂ ਤੋਂ ਇੱਕੋ ਹੀ ਅਹੁਦੇ ਤੇ ਬਿਰਾਜਮਾਨ ਕਿਉਂ ਹੈ? ਸਵਾਲ ਨੰਬਰ 3 ਨੈਤਿਕ ਜ਼ਿੰਮੇਵਾਰੀ ਕਿਹਦੀ ਹੈ? ਜੇ ਨੈਤਿਕ ਜ਼ਿੰਮੇਵਾਰੀ ਸਰਦਾਰ ਰੂਪ ਸਿੰਘ ਦੀ ਹੈ ਤੇ ਨੈਤਿਕ ਜ਼ਿੰਮੇਵਾਰੀ ਮੌਜੂਦਾ ਪ੍ਰਧਾਨ ਦੀ ਵੀ ਹੈ। ਸੋ ਕੁੱਲ ਮਿਲਾ ਕੇ ਹਾਲੇ ਵੀ ਜਿਹੜਾ ਲੱਗਦਾ ਸੀਗਾ ਕਿਸੇ ਟਾਈਮ ਦੇ ਉੱਤੇ ਕਿ ਇਹ ਮਸਲਾ ਹੱਲ ਕਰ ਲਿੱਤਾ ਗਿਆ, ਦੋਸ਼ੀ ਸਾਹਮਣੇ ਆ ਗਏ, ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ, ਉਹ ਫਿਰ ਆਪਣੇ ਪਿੱਛੇ ਕੁਐਸਚਨ ਮਾਰਕ, ਪ੍ਰਸ਼ਨ ਚਿੰਨ੍ਹ ਛੱਡਦਾ ਹੋਇਆ ਨਜ਼ਰ ਆਉਂਦਾ। ਸੰਗਤਾਂ ਹਾਲੇ ਵੀ ਵੇਖਣਗੀਆਂ ਕਿ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਹੋਏਗਾ ਉਹੀ ਜੋ ਉਹ ਕਹੇਗਾ, ਵੱਡਾ ਪਰਿਵਾਰ ਜੋ ਕਹੇਗਾ। ਸੋ ਇਸ ਦੇ ਨਾਲ ਹੀ ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ ਸਾਡੇ ਨਾਲ ਆਏ, ਦਰਸ਼ਕਾਂ ਨਾਲ ਰੂਬਰੂ ਹੋਏ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਪ੍ਰੋਗਰਾਮ ਤੁਸੀਂ ਦੇਖਣਾ ਨਾ ਭੁੱਲਿਓ, ਪ੍ਰਾਈਮ ਏਸ਼ੀਆ TV ਤੇ ਤੁਹਾਡਾ ਆਪਣਾ ਤੁਹਾਡੇ ਲਈ।